ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾ ਕੋ ਮੇਰਾ ਕਿਸ ਗਹੇ, ਨਾ ਕੋ ਹੋਆ ਨਾ ਹੋਗ। ਆਵਣ ਜਾਣ ਵਿਗੁਚੀਐ, ਦੁਬਿਧਾ ਵਿਆਪੈ ਰੋਗ। ਰਾਮ ਵਿਹੂਣੇ ਆਦਮੀ, ਕਲਰ ਕੰਦ ਗਿਰੰਤ। ਵਿਣ ਨਾਵੈ ਕਿਉ ਛੂਟੀਐ, ਜਾਏ ਰਸਾਤਲ ਅੰਤ। ਗਣਤ ਗਣਾਵੈ ਅਖਰੀ, ਅਗਣਤ ਸਾਚਾ ਸੋਏ। ਅਗਿਆਨੀ ਮਤਹੀਣ ਹੈ, ਗੁਰ ਬਿਨ ਗਿਆਨ ਨ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆ ਦੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਅਸਥਾਨ ਸੋ ਘਰ ਵਿਖੇ ਹਜ਼ੂਰ ਦੀ ਇਲਾਹੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਜੋ ਦੱਖਣੀ ਓਅੰਕਾਰ ਬਾਣੀ 934 ਅੰਗ ਉੱਪਰ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ, ਰਹਿਮਤ ਕਰਕੇ, ਜੋ ਦਮਦਮਾ ਸਾਹਿਬ ਜੀ ਦੀ ਧਰਤੀ 'ਤੇ ਜਿੱਥੇ ਬਾਣੀ ਉਚਾਰਨ ਕੀਤੀ, ਉਹਦੇ ਨਾਲ ਨਾਲ ਗੁਰੂ ਕੇ ਸਿੱਖਾਂ ਨੂੰ ਅਰਥ ਸਮਝਾਏ, ਕਥਾ ਸੁਣਾਈ। ਗੁਰਸਿੱਖਾਂ ਦੇ ਜੀਵਨ ਵਿੱਚ ਆਨੰਦ ਪ੍ਰਗਟ ਹੋਇਆ, ਚੜ੍ਹਦੀ ਕਲਾ ਪ੍ਰਗਟ ਹੋਈ ਔਰ ਪੰਥ ਵਿੱਚ ਕਥਾ ਦੀ ਰੀਤ ਪਰਪੱਕ ਹੋਈ। ਸੋ ਉਸੇ ਆਧਾਰ 'ਤੇ ਹੀ ਇਹ ਸਤਿਗੁਰੂ ਜੀ ਦੀ ਕਿਰਪਾ ਨਾਲ ਕਾਰਜ ਚੱਲ ਰਿਹਾ ਹੈ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਮਹਾਰਾਜ ਆਪਣੀ ਕਲਾ ਵਰਤਾਓ, ਆਪ ਅਰਥ ਬਖਸ਼ਿਸ਼ ਕਰੋ ਜੀ। ਨਾ ਕੋ ਮੇਰਾ ਕਿਸ ਗਹੇ, ਨਾ ਕੋ ਹੋਆ ਨਾ ਹੋਗ। ਇਸ ਦੱਖਣੀ ਓਅੰਕਾਰ ਬਾਣੀ ਵਿੱਚ ਸਤਿਗੁਰੂ ਜੀ ਉਸ ਪੰਡਤ ਦੇ ਨਾਲ ਹੀ ਗੱਲਬਾਤ ਕਰ ਰਹੇ ਹਨ, ਜਿਹਦੇ ਵਿੱਚ ਮਹਾਰਾਜ ਕਹਿੰਦੇ, ਇਹ ਪੰਡਤ ਜੀ, ਹੋਰ ਤਾਂ ਕੋਈ ਸਹਾਇਤਾ ਕਰਨ ਵਾਲਾ ਹੀ ਨਹੀਂ। ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕੋਈ ਵੀ ਬਾਂਹ ਨਹੀਂ ਫੜਨ ਵਾਲਾ। ਨਾ ਕੋ ਮੇਰਾ ਕਿਸ ਗਹੀ, ਕਿਹਨੂੰ ਫੜਾਂ ਮੈਂ, ਕਿਹਦਾ ਆਸਰਾ ਲਵਾਂ। ਨਾ ਕੋਈ ਅੱਜ ਤੱਕ ਹੋਇਆ ਜਿਹੜਾ ਮਨੁੱਖ ਦੀ ਸਹਾਇਤਾ ਕਰੇ, ਤੇ ਨਾ ਅੱਗੇ ਨੂੰ ਹੋਵੇਗਾ। ਆਵਣ ਜਾਣ ਵਿਗੁਚੀਐ, ਦੁਬਿਧਾ ਵਿਆਪੈ ਰੋਗ। ਇੱਕ ਅਕਾਲ ਪੁਰਖ ਦੀ, ਇੱਕ ਓਅੰਕਾਰ ਦੀ ਓਟ ਲੈਣ ਤੋਂ ਬਿਨਾਂ ਆਉਣ ਜਾਣ ਵਿੱਚ ਜੀਵ ਖੁਆਰ ਹੁੰਦਾ ਰਹਿੰਦਾ, ਵਾਰ-ਵਾਰ ਜਨਮਦਾ ਰਹਿੰਦਾ, ਮਰਦਾ ਰਹਿੰਦਾ ਹੈ, ਔਰ ਦੁਬਿਧਾ ਵਿੱਚ ਇਹਨੂੰ ਵਿਕਾਰਾਂ ਦੇ ਰੋਗ ਸਤਾਉਂਦੇ ਰਹਿੰਦੇ ਹਨ। ਰਾਮ ਵਿਹੂਣੇ ਆਦਮੀ, ਕਲਰ ਕੰਦ ਗਿਰੰਤ। ਕਹਿੰਦੇ ਨਾਮ ਤੋਂ ਵੀ ਹੋਣੇ ਜਿਹੜੇ ਮਨੁੱਖ ਹਨ, ਉਹ ਇਸ ਤਰ੍ਹਾਂ ਹਨ ਜਿਵੇਂ ਕਲਰ ਦੀ ਕੰਧ ਹੁੰਦੀ ਹੈ, ਇਸ ਤਰ੍ਹਾਂ ਡਿੱਗ ਪੈਂਦੇ ਹਨ। ਭਾਵ ਜੀਵਨ ਦੇ ਵਿੱਚ ਉਹ ਏਡਾ ਵੱਡਾ ਜਿਹੜਾ ਆਨੰਦ ਸੀ ਅੰਦਰ ਰੱਬ ਦਾ ਨਾਮ, ਉਹਦੇ ਤੋਂ ਵਾਂਝੇ ਰਹਿ ਜਾਂਦੇ ਹਨ। ਵਿਣ ਨਾਵੈ ਕਿਉ ਛੂਟੀਐ, ਜਾਏ ਰਸਾਤਲ ਅੰਤ। ਅੰਤ ਨੂੰ ਰਸਾਤਲ ਦੇ ਵਿੱਚ, ਰੇਤ ਦੇ ਵਿੱਚ ਹੀ ਡਿੱਗ ਪੈਂਦੇ ਹਨ ਜਾ ਕੇ। ਭਾਵ ਕਿਸੇ ਕੰਮ ਨਹੀਂ ਆਉਂਦਾ ਜੀਵਨ, ਨਾਮ ਤੋਂ ਬਿਨਾਂ ਛੁੱਟਿਆ ਨਹੀਂ ਜਾ ਸਕਦਾ। ਗਣਤ ਗਣਾਵੈ ਅਖਰੀ, ਅਗਣਤ ਸਾਚਾ ਸੋਏ। ਕਈ ਲੋਕ ਕੱਲੀਆਂ ਗੱਲਾਂ ਬਾਤੀ ਹੀ ਅੱਖਰਾਂ ਦੇ ਨਾਲ ਪੜ੍ਹ ਕੇ, ਕਿਤਾਬਾਂ ਆਦਿਕ ਵਿਦਵਾਨ ਲੋਕ ਸੋਚਦੇ ਹਨ ਕਿ ਪਰਮਾਤਮਾ ਨੂੰ ਸਿਰਫ ਮਨੋਕਲਪਿਤ ਗਿਆਨ ਦੇ ਨਾਲ ਹੀ ਹਾਸਲ ਕਰ ਲਈਦਾ ਹੈ। ਮਹਾਰਾਜ ਕਹਿੰਦੇ, ਪਰ ਪਰਮਾਤਮਾ ਤੇ ਅਗਣਤ ਹੈ, ਉਸ ਨੂੰ ਤੇ ਗਿਣਿਆ ਨਹੀਂ ਜਾ ਸਕਦਾ। ਕੋਈ ਗਿਆਨ ਨਹੀਂ ਜੋ ਉਸ ਦੀ ਵਿਆਖਿਆ ਕਰ ਸਕਦਾ ਹੈ। ਅਗਿਆਨੀ ਮਤਹੀਨ ਹੈ, ਗੁਰ ਬਿਨ ਗਿਆਨ ਨ ਹੋਏ। ਇਸ ਤਰ੍ਹਾਂ ਦਾ ਪੜ੍ਹਿਆ ਲਿਖਿਆ ਵੀ ਅਗਿਆਨੀ ਹੀ ਹੈ, ਜਿਹੜਾ ਸੋਚਦਾ ਮੈਂ ਅੱਖਰਾਂ ਦੇ ਜਾਲ ਵਿੱਚ ਰੱਬ ਨੂੰ ਇੱਧਰਲਾ, ਮੈਂ ਇਸ ਪਾਸੇ ਵੱਲ ਪ੍ਰਾਪਤੀ ਕਰ ਲਵਾਂਗਾ, ਤਾਂ ਇਹ ਮਤਹੀਣ ਹੈ। ਜਿੰਨਾ ਚਿਰ ਗੁਰੂ ਦਾ ਹੁਕਮ ਨਹੀਂ ਮੰਨਦਾ,
ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ ਉਹਨਾਂ ਚਿਰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਟੂਟੀ ਤੰਤਰ ਬਾਬ ਕੀ ਵਾਜੈ ਨਹੀਂ ਵਿਜੋਗ। ਜਿੰਨਾ ਚਿਰ ਰਬਾਬ ਦੀ ਤੰਤੀ ਨਾ ਹੋਵੇ, ਤਾਰ ਹੀ ਨਾ ਹੋਵੇ, ਤੇ ਰਬਾਬ ਕਿਵੇਂ ਵੱਜੇਗੀ। ਜਿੰਨਾ ਚਿਰ ਮਨੁੱਖ ਦੇ ਅੰਦਰ ਸੁਰਤੀ ਦੀ ਰਬਾਬ ਹੀ, ਉਹਦੀ ਤਾਰ ਹੀ ਟੁੱਟੀ ਹੋਈ ਹੈ, ਧਿਆਨ ਦੀ, ਸੁਰਤੀ ਦੀ, ਪਿਆਰ ਦੀ, ਸ਼ਰਧਾ ਦੀ, ਤਾਂ ਵਿਛੋੜਾ ਪਿਆ ਰਹਿੰਦਾ ਹੈ, ਰਬਾਬ ਨਹੀਂ ਵੱਜਦੀ। ਫਿਰ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ। ਇਸ ਤਰ੍ਹਾਂ ਦੇ ਵਿਛੜਿਆਂ ਨੂੰ ਪ੍ਰਭੂ ਹੀ ਮੇਲ ਸਕਦੇ ਹਨ। ਸੱਚੇ ਪਾਤਸ਼ਾਹ ਜੀ ਆਪ ਉਹਦੀ ਤਾਰ ਬਣਾ ਕੇ, ਸੰਜੋਗ ਕਰਕੇ, ਜੋੜ ਕੇ ਤਾਰ ਨੂੰ। ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ। ਸਤਿਗੁਰੂ ਜੀ ਕਹਿੰਦੇ ਨੇ, ਪੰਡਤ ਜੀ ਇਹ ਜਿਹੜਾ ਸਰੀਰ ਹੈ ਇਹ ਇੱਕ ਰੁੱਖ ਵਰਗਾ ਹੈ। ਕਾਇਆ ਜਿਹੜੀ ਹੈ, ਤਰਵਰ ਕਾਇਆ, ਇਹ ਰੁੱਖ ਹੈ। ਪੰਖ ਮਨ, ਮਨ ਪੰਛੀ ਇਹਦੇ ਉੱਤੇ ਇੱਕ ਬੈਠਾ ਹੋਇਆ ਹੈ, ਤੇ ਅੱਗੋਂ ਇਸ ਮਨ ਦੇ 5 ਹੋਰ ਬੱਚੇ ਛੋਟੇ ਪੰਛੀ ਹਨ, ਜਿਹੜੇ ਉਹ 5 ਕਾਮ ਆਦਿਕ ਜਿਹੜੇ ਵਿਕਾਰ ਹਨ, ਉਹ ਵੀ 5 ਪੰਛੀ ਹੋਰ ਇਹਦੇ ਤੇ ਬੈਠੇ ਹੋਏ ਹਨ। ਤਤ ਚੁਗ ਹੈ ਮਿਲ ਏਕ ਸੇ ਤਿਨ ਕੋ ਫਾਸ ਨ ਰੰਚ। ਜਿਨ੍ਹਾਂ ਦਾ ਮਨ ਰੂਪੀ ਪੰਛੀ ਤਤ ਚੁਗਦਾ ਸਰੀਰ ਦੇ ਰੁੱਖ ਦੇ ਉੱਤੋਂ ਫਲ ਖਾ ਲੈਂਦਾ, ਅੰਮ੍ਰਿਤ ਨਾਮ ਦਾ ਗੁਰੂ ਦੇ ਮਾਰਗ ਦੇ ਚੱਲ ਕੇ, ਉਹਨਾਂ ਨੂੰ ਥੋੜੀ ਜਿਹੀ ਵੀ ਫਾਂਸ ਰੁਕਾਵਟ ਨਹੀਂ ਪੈਂਦੀ, ਸਮੱਸਿਆ ਨਹੀਂ ਆਉਂਦੀ ਜੀਵਨ ਵਿੱਚ। ਉਡੇ ਤਾਂ ਬੇਗੁਲ ਬੇਗੁਲੇ ਤਾਂ ਕਹੇ ਚੋਗ ਖਣੀ। ਪਰ ਜਿਹੜੇ ਬਗਲਿਆਂ ਵਾਂਗੂ ਉੱਡਣ ਦੀ ਕੋਸ਼ਿਸ਼ ਕਰਦੇ ਰਹਿੰਦੇ, ਉਸ ਰੁੱਖ ਤੇ ਸੰਤੁਸ਼ਟ ਨਹੀਂ ਰਹਿੰਦੇ, ਉਹਦੇ ਫਲਾਂ ਤੱਕ ਸੀਮਤ ਨਹੀਂ ਰਹਿੰਦੇ, ਹੋਰ ਪਾਸੇ ਉਹਨਾਂ ਦਾ ਧਿਆਨ ਲੱਗਾ ਹੋਇਆ, ਤੱਕ ਵੇਖਦੇ ਹਨ ਵੀ ਕਿਤੇ ਹੋਰ ਘਣੀ ਇਹਦੇ ਤੋਂ ਸਵਾਦ ਕੋਈ ਚੋਗਾ ਮਿਲ ਜਾਏ, ਕਿਤੇ ਉਹ ਫਲ ਮਿਲ ਜਾਣ, ਤਾਂ ਫਿਰ ਬਗਲਿਆਂ ਦੇ ਬਗਲੇ ਹੀ ਰਹਿ ਗਏ। ਉਹ ਪੰਖ ਟੁੱਟੇ ਫਾਹੀ ਪੜੇ ਅਵਗੁਣ ਭੀੜ ਬਣੀ। ਬਸ ਜਿਉਂ ਹੀ ਆਪਣਾ ਰੁੱਖ ਛੱਡਿਆ, ਜਿਉਂ ਹੀ ਆਪਣਾ ਸਰੀਰ ਛੱਡ ਕੇ ਬਾਹਰੋਂ ਰਸ ਲੱਭਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਖੰਭ ਟੁੱਟ ਗਏ ਸੁਰਤੀ ਦੇ, ਉੱਡਣਾ ਭੁੱਲ ਗਿਆ, ਪਰਤ ਕੇ ਉਡਾਣ ਦੀ ਗੱਲ ਹੀ ਨਾ ਰਹੀ, ਸਿਮਰਨ ਦੀ ਗੱਲ ਹੀ ਨਾ ਰਹੀ, ਫਾਹੀ ਪੜੀ। ਕਹਿੰਦੇ ਫਾਹੀ ਪੈ ਗਈ ਵਿਕਾਰਾਂ ਦੀ ਬਹੁਤੀ, ਤੇ ਅਵਗੁਣਾਂ ਦੀ ਭੀੜ ਇਕੱਠੀ ਹੋ ਗਈ ਹੈ। ਬਿਨ ਸਾਚੇ ਕਿਉ ਛੂਟੀਐ ਹਰ ਗੁਣ ਕਰਮ ਮਣੀ। ਇਸ ਤਰ੍ਹਾਂ ਸੱਚੇ ਨਾਮ ਤੋਂ ਕਿਵੇਂ ਬਿਨਾਂ ਕਿਵੇਂ ਛੁੱਟ ਸਕੀਦਾ ਹੈ। ਹਰੀ ਦਾ ਨਾਮ ਬਖਸ਼ਿਸ਼ ਦੇ ਨਾਲ ਮਿਲਦਾ ਹੈ, ਤੇ ਜੇ ਮਿਲ ਜਾਏ ਤੇ ਫਿਰ ਮਣੀ ਵਾਂਗੂ ਚਮਕਦਾ ਮਸਤਕ ਤੇ ਗੁਰਮੁਖਾਂ ਦੇ। ਆਪ ਛਡਾਏ ਛੂਟੀਐ ਵੱਡਾ ਆਪ ਤਣੇ। ਆਪ ਕਿਰਪਾ ਕਰਕੇ ਛਡਾਏ ਤਾਂ ਛੁੱਟ ਸਕਦਾ ਮਨੁੱਖ। ਵੱਡਾ ਜਿਹੜਾ ਮਾਲਕ ਹੈ ਸੱਚਾ ਪਾਤਸ਼ਾਹ ਕਿਰਪਾ ਕਰਦਾ ਹੈ ਤਾਂ। ਗੁਰ ਪ੍ਰਸਾਦੀ ਛੂਟੀਐ ਕਿਰਪਾ ਆਪ ਕਰੇ। ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਨਾਲ ਛੁੱਟ ਸਕਦਾ, ਸੱਚੇ ਪਾਤਸ਼ਾਹ ਜੀ ਦੀ ਨਾਲ ਆਪ ਕਿਰਪਾ ਕਰਕੇ ਮਹਾਰਾਜ ਜੇ ਬਖਸ਼ਿਸ਼ ਕਰ ਦੇਣ ਗਰੀਬ ਨਵਾਜ ਤਾਂ। ਆਪਣੇ ਹੱਥ ਵਡਾਈਆ ਜੈ ਭਾਵੈ ਤੈ ਦੇ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਆਪਣੇ ਹੱਥ ਦੇ ਵਿੱਚ ਹੀ ਹਨ ਵਡਿਆਈਆਂ ਬਖਸ਼ਾਂ। ਜੇ ਕਿਰਪਾ ਕਰਦਾ ਸੱਚਾ ਪਾਤਸ਼ਾਹ ਤੇ ਆਪ ਹੀ ਬਖਸ਼ਿਸ਼ ਕਰਕੇ ਦੇ ਦੇ, ਫਿਰ ਇਹ ਮਿਲਦੀਆਂ ਹਨ, ਪ੍ਰਾਪਤ ਹੁੰਦੀਆਂ ਹਨ। ਥਰ ਥਰ ਕੰਪੈ ਜੀਅੜਾ ਥਾਨ ਵੇ ਹੋਣਾ ਹੋਏ। ਉਸ ਅਵਸਥਾ ਵਿੱਚ ਇਹ ਜਿਹੜਾ ਸਾਧ ਸੰਗਤ ਜੀ ਸ਼ਬਦ ਹੈ ਇਹ ਅਭਿਆਸੀਆਂ ਵਾਸਤੇ ਹੈ। ਜਦੋਂ ਇਹ ਸਿਮਰਨ ਕਰਦੇ ਨੇ ਤਾਂ ਇਹਦੇ 'ਚ ਡਰ ਪੈਦਾ ਹੁੰਦਾ, ਕਾਂਬਾ ਪੈਦਾ ਹੁੰਦਾ ਹੈ, ਕਿਉਂਕਿ ਪਿਛਲਾ ਸੰਸਾਰ ਛੱਡਣਾ ਹੈ ਤੇ ਨਵੇਂ ਅਣਜਾਣ ਸੰਸਾਰ ਵਿੱਚ ਪੈਰ ਰੱਖਣਾ ਹੈ। ਤਾਂ ਕੁਦਰਤੀ ਹੈ ਨਵੇਂ ਥਾਂ 'ਤੇ ਥੋੜ੍ਹਾ ਜਿਹਾ ਡਰ ਵੀ ਸ਼ੁਰੂ ਹੋਏਗਾ, ਫਿਰ ਇਹ ਤਾਂ ਥਾਂ ਹੀ ਬਿਲਕੁਲ ਵੱਖਰਾ ਹੈ। ਇਸ ਕਰਕੇ ਥਾਨ ਵੀ ਹੋਣਾ ਹੋਏ ਵੀ ਹੋਣਾ, ਯਾਨੀ ਕਿ ਪਹਿਲਾਂ ਵਾਲੇ ਸਾਧਨ ਉੱਥੇ ਸਾਰੇ ਨਹੀਂ, ਉੱਥੇ ਸਿਰਫ ਇੱਕੋ ਨਾਮ ਦਾ ਹੀ ਸਹਾਰਾ ਹੈ, ਜਿਸ ਕਰਕੇ ਜਿੰਦ ਥਰ ਥਰ ਕਰਕੇ ਕੰਬਦੀ ਹੈ। ਥਾਨ ਮਾਨ ਸੱਚ ਏਕ ਹੈ ਕਾਜ ਨ ਫੇਟੈ ਕੋਏ। ਕਹਿਣ ਲੱਗੇ ਥਾਨ ਜੇ ਮੰਨ ਲੈ ਗੁਰੂ ਦਾ ਹੁਕਮ ਤੇ ਸੱਚਾ ਥਾਨ ਇੱਕੋ ਹੀ ਸਦਾ ਕਾਇਮ ਰਹਿਣ ਵਾਲਾ, ਜਿਹੜਾ ਸਦਾ ਸਹਾਈ ਹੈ। ਬਾਕੀ ਦੇ ਥਾਂ ਤਾਂ ਸਾਰੇ ਮਹਾਰਾਜ ਕਹਿੰਦੇ ਨਕਲੀ ਨੇ ਸਾਰੇ, ਉਹ ਤੇ ਖੋਹ ਲੈ ਜਾਂਦੇ ਨੇ। ਸਦਾ ਕਾਇਮ ਰਹਿਣ ਵਾਲਾ ਇੱਕੋ ਹੀ ਥਾਂ ਹੈ। ਜੇ ਗੁਰੂ ਦੀ ਥਾਨ ਮਾਨ ਮੰਨ ਲਵੇ ਗੁਰੂ ਕਾ ਸਿੱਖ, ਗੁਰੂ ਤੇ ਭਰੋਸਾ ਰੱਖੇ, ਸਤਿਗੁਰਾਂ ਨੂੰ ਅੰਗ ਸੰਗ ਸਮਝੇ, ਤੇ ਫਿਰ ਕੋਈ ਵੀ ਕਾਰਜ ਜਿਹੜਾ ਉਹ ਖਰਾਬ ਨਹੀਂ ਹੁੰਦਾ, ਕੋਈ ਰੁਕਾਵਟ ਨਹੀਂ ਪੈਂਦੀ, ਕਾਜ ਨਾ ਫੀਟੈ ਕੋਏ। ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ। ਕਿਉਂਕਿ ਸਥਿਰ ਹੈ ਨਾਰਾਇਣ। ਜੇ ਨਾਰਾਇਣ ਦਾ ਆਸਰਾ ਲਵੇ ਸੱਚੇ ਪਾਤਸ਼ਾਹ ਦਾ, ਉਹ ਆਪ ਟਿਕਿਆ ਹੋਇਆ ਰਾਖੀ ਕਰਨ ਵਾਲਾ, ਆਪ ਸਥਿਰ ਹੈ ਉਸ ਥਾਂ 'ਤੇ ਰਾਖੀ ਕਰਨ ਲਈ। ਥਿਰ ਨਾਰਾਇਣ
ਫਿਰ ਗੁਰੂ ਪੂਰਾ ਗੁਰੂ ਸਤਿਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਜੀ ਪੂਰੇ ਨੇ ਰਾਖੀ ਕਰਨ ਵਾਲੇ। ਤੇ ਫਿਰ ਸੱਚਾ ਵਿਚਾਰ ਜਿਹੜਾ ਅੰਦਰ ਜਦੋਂ ਟਿਕ ਜਾਂਦਾ ਹੈ ਤੇ ਮਨੁੱਖ ਦੇ ਆਪਣੇ ਅੰਦਰ ਹੀ ਬਹੁਤੀ ਪਰਪੱਕਤਾ ਆ ਜਾਂਦੀ ਹੈ। ਸੁਰ ਨਰ ਨਾਥ ਨਾਥ ਤੂੰ ਨਿਤਾਰਾ ਆਧਾਰ। ਕਹਿਣ ਲੱਗੇ ਸੁਰ ਨਰ ਦਾ ਨਾਥ, ਦੇਵਤਿਆਂ ਦਾ ਮਨੁੱਖਾਂ ਦਾ ਨਾਥ, ਨਾਥਾਂ ਦਾ ਨਾਥ ਹੈ ਤੂੰ ਸੱਚੇ ਪਾਤਸ਼ਾਹ। ਨਿਆਸਰਿਆਂ ਦਾ ਆਸਰਾ ਆਧਾਰ ਦੇਣ ਵਾਲਾ ਹੈ। ਸਰਬੇ ਥਾਨ ਥਨੰਤਰੀ ਤੂੰ ਦਾਤਾ ਦਾਤਾਰ। ਸਾਰੇ ਥਾਵਾਂ ਤੇ ਇੱਥੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਤੇਰਾ ਹੀ ਹੁਕਮ ਚੱਲਦਾ ਹੈ ਸੱਚੇ ਪਾਤਸ਼ਾਹ ਜੀ। ਆਪ ਜੀ ਦਾਤਾਂ ਦੇਣ ਵਾਲੇ ਦਾਤਾਰ ਹੋ। ਜਹਾਂ ਦੇ ਖਾਤਹ ਏਕ ਤੂੰ ਅੰਤ ਨ ਪਾਰਾਵਾਰ। ਮਹਾਰਾਜ ਕਹਿੰਦੇ ਜਿੱਧਰ ਵੀ ਵੇਖਨੇ ਆ ਤੇਰੀ ਇੱਕੋ ਹੀ ਜੋਤ ਸਾਰੇ ਪਾਸੇ ਪਸਰੀ ਹੋਈ ਹੈ। ਨਿਧਾਰਾਂ ਦਾ ਆਧਾਰ ਇੱਕੋ ਹੀ ਸੱਚੇ ਪਾਤਸ਼ਾਹ, ਤੇਰਾ ਅੰਤ ਨਹੀਂ ਲੱਭਿਆ ਜਾ ਸਕਦਾ। ਥਾਨ ਥਨੰਤਰ ਰਵ ਰਹਿਆ ਗੁਰ ਸਬਦੀ ਵਿਚਾਰ। ਥਾਵਾਂ ਤੇ ਥਾਵਾਂ ਦੇ ਵਿੱਚ ਵਸਿਆ ਹੋਇਆ ਹੈ ਅਕਾਲ ਪੁਰਖ ਸੁਆਮੀ। ਗੁਰੂ ਕੇ ਸ਼ਬਦ ਦੀ ਵਿਚਾਰ ਕੀਤਿਆਂ ਨਜ਼ਰ ਆਉਂਦਾ ਹੈ। ਅਣ ਮੰਗਿਆ ਦਾਨ ਦੇਵਸੀ ਵੱਡਾ ਅਗਮ ਅਪਾਰ। ਫਿਰ ਜਿਹੜਾ ਉਹ ਗੁਰੂ ਕਾ ਸਿੱਖ ਜਗਿਆਸੂ ਗਿਆ ਹੈ, ਉਹਨੂੰ ਫਿਰ ਜਦੋਂ ਅਣ ਮੰਗ ਹੋ ਜਾਂਦਾ, ਉਹ ਜਦੋਂ ਮੰਗਦੇ ਹੀ ਕੁਝ ਨਹੀਂ, ਕਹਿੰਦੇ ਕੁਝ ਨਹੀਂ ਚਾਹੀਦਾ ਸੱਚੇ ਪਾਤਸ਼ਾਹ, ਜੋ ਕੋਈ ਸਾਨੂੰ ਚਾਹੀਦਾ ਤੁਸੀਂ ਆਪ ਜਾਣਦੇ ਹੋ, ਆਪ ਦੇ ਦਿਓ, ਜਿੰਨੇ ਜੋਗੇ ਹੈ ਉਹ ਹੀ ਦੇ ਦਿਓ, ਬਖਸ਼ ਦਿਓ। ਇਸ ਤਰ੍ਹਾਂ ਦਾ ਜਦੋਂ ਸੰਤੋਖ ਆ ਜਾਂਦਾ ਜੀਵਨ ਦੇ ਵਿੱਚ ਤੇ ਅਣ ਮੰਗਿਆਂ ਨੂੰ ਫਿਰ ਆਪਣਾ ਨਾਮ ਦਾ ਦਾਨ ਦੇ ਕੇ ਲੋਕ ਪਰਲੋਕ ਦਾ ਧਨ ਦੇ ਦਿੰਦਾ ਹੈ। ਇਸ ਤਰ੍ਹਾਂ ਅਗਮ ਅਪਾਰ ਵੱਡਾ ਸੱਚਾ ਪਾਤਸ਼ਾਹ। ਦਇਆ ਦਾਨ ਦਇਆਲ ਤੂੰ ਕਰ ਕਰ ਦੇਖਣ ਹਾਰ। ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਵਿੱਚ ਇਹ ਦਾਨ ਕਰਨ ਦੀ ਬੜੀ ਬਿਰਤੀ ਹੈ। ਤੁਸੀਂ ਦਇਆ ਬਹੁਤ ਕਰਦੇ ਹੋ, ਕੁਝ ਨਾ ਕੁਝ ਦੇਣਾ ਚਾਹੁੰਦੇ ਹੋ, ਵੰਡਣਾ ਚਾਹੁੰਦੇ ਹੋ, ਔਰ ਦਾਨ ਦੇ ਦੇ ਕੇ ਫਿਰ ਵੇਖ ਕੇ ਖੁਸ਼ ਹੁੰਦੇ ਹੋ ਵੀ ਫਲਾਣੇ ਨੂੰ ਦਿੱਤਾ ਹੈ ਤੇ ਉਹ ਕਿੰਨਾ ਖੁਸ਼ ਹੈ। ਉਹਦੇ ਖੁਸ਼ ਹੋਣ ਦੇ ਨਾਲ ਆਪ ਜੀ ਆਪ ਵੀ ਬੜੇ ਖੁਸ਼ ਹੁੰਦੇ ਹੋ। ਦਇਆ ਕਰਹਿ ਪ੍ਰਭ ਮੇਲ ਲਹਿ ਖਿਨ ਮਹਿ ਢਾਹੇ ਉਸਾਰ। ਜਿਹੜੇ ਜਿਹੜੇ ਲੋਕ ਉਹਨਾਂ ਦੀ ਸ਼ਰਣੀ ਆਏ ਨੇ, ਦਇਆ ਕਰਕੇ ਉਹਨਾਂ ਨੂੰ ਮੇਲ ਲੈਂਦੇ ਨੇ ਖਿਨ ਦੇ ਵਿੱਚ, ਥੋੜੇ ਸਮੇਂ ਦੇ ਵਿੱਚ ਹੀ ਢਾਹੇ ਉਸਾਰ। ਢਾਏ ਮੈਨੇ ਉਹਨਾਂ ਦਾ ਪਿਛਲਾ ਜੀਵਨ ਢਾ ਦਿੰਦੇ ਨੇ, ਖਤਮ ਕਰ ਦਿੰਦੇ, ਨਵਾਂ ਉਸਾਰ ਦਿੰਦੇ, ਸੰਤ ਬਣਾ ਦਿੰਦੇ ਹਨ। ਦਾਨਾ ਤੂੰ ਬਿਨਾ ਤੁਹੇ ਦਾਨਾ ਕੈਸਰ ਦਾਨ। ਮਹਾਰਾਜ ਤੂੰ ਸਿਆਣਾ ਬਹੁਤ ਹੈ ਤੇ ਤੂੰ ਵੇਖਣ ਵਾਲਾ ਹੈ, ਦਿਆਣਾ ਬਰੀਕੀ ਦੇ ਨਾਲ ਵੇਖਣ ਵਾਲਾ ਹੈ। ਸਿਆਣਿਆਂ ਦਾਨਿਆਂ ਦੇ ਸਿਰ ਦਾਨਾ ਸਿਆਣਾ ਬਹੁਤ ਹੀ ਹੈ। ਕਿਵੇਂ ਗੁਰਮੁਖ ਨੂੰ ਜੀਵਨ ਘੜਨਾ ਇਹ ਆਪ ਜੀ ਸਾਰਾ ਜਾਣਦੇ ਹੋ। ਦਾਲਦ ਭੰਜਨ ਦੁਖ ਦਲਨ ਗੁਰਮੁਖ ਗਿਆਨ ਧਿਆਨ। ਤੁਸੀਂ ਜਿਹੜੇ ਤੁਹਾਡੀ ਸ਼ਰਨ ਵਿੱਚ ਗਏ ਉਹਨਾਂ ਦਾ ਦਲਿੱਦਰ ਭੰਨਣ ਵਾਲੇ ਤੇ ਦੁੱਖਾਂ ਨੂੰ ਦਲਣ ਵਾਲੇ, ਖਤਮ ਕਰਨ ਵਾਲੇ, ਉਹਨਾਂ ਗੁਰਮੁਖਾਂ ਨੂੰ ਗਿਆਨ ਤੇ ਧਿਆਨ ਦੀ ਦਾਤ ਦੇ ਦਿੰਦੇ ਹੋ। ਤਨ ਗਏ ਬਹਿ ਝੂਰੀਐ ਧਨ ਮਹਿ ਚੀਤ ਗਵਾਰ। ਇਸ ਅਗਲੇ ਸ਼ਬਦ ਦੇ ਵਿੱਚ ਜਿਹੜਾ ਮੂਰਖ ਹੈ ਉਹਦੀ ਗੱਲ ਕਰਦੇ ਹਨ। ਕਹਿਣ ਲੱਗੇ ਮੂਰਖ ਜਿਹੜਾ ਧਨ ਦੇ ਜਾਣ ਦੇ ਨਾਲ ਬਹੁਤ ਝੁਰਦਾ ਹੈ, ਬਹੁਤ ਝੁਰਦਾ, ਅੰਦਰੋਂ ਕਮਲਿਆਂ ਵਾਂਗੂ ਗੱਲਾਂ ਕਰੀ ਜਾਂਦਾ, ਬਸ ਧਨ ਦੀ ਮਾਇਆ ਦੀ ਉਹਦੇ ਨਾਲ ਮਨ ਲਾ ਲੈਂਦਾ ਆਪਣਾ। ਇਸ ਤਰ੍ਹਾਂ ਚਿੱਤ ਜਿਹੜਾ ਗਵਾਰਦਾ ਮਾਇਆ ਵਿੱਚ ਫਸਿਆ ਬੈਠਾ ਹੈ। ਧਨ ਵਿਰਲੀ ਸੱਚ ਸੰਚਿਆ ਨਿਰਮਲ ਨਾਮ ਪਿਆਰ। ਵਿਰਲਿਆਂ ਨੇ ਨਾਮ ਦਾ ਧਨ ਸੰਚਿਆ ਹੈ, ਇਕੱਠਾ ਕੀਤਾ ਹੈ, ਔਰ ਨਿਰਮਲ ਨਾਮ ਦੇ ਨਾਲ ਪਿਆਰ ਕੀਤਾ ਹੈ ਗੁਰਮੁਖਾਂ ਨੇ। ਧਨ ਗਿਆ ਤਾਂ ਜਾਣ ਦੇਹ ਜੇ ਰਚਹਿ ਰੰਗ ਏਕ। ਪਰ ਮਹਾਰਾਜ ਕਹਿੰਦੇ ਜੇ ਇੱਕ ਦੇ ਰੰਗ ਵਿੱਚ ਰਚਨਾ ਹੈ ਜਾਂ ਜੇ ਨਾਮ ਨਾਲ ਸੁਰਤੀ ਜੁੜਦੀ ਹੈ ਤੇ ਧਨ ਜਾਂਦਾ ਹੈ ਤੇ ਜਾਣ ਦੇ ਕੋਈ ਗੱਲ ਨਹੀਂ, ਮਹਿੰਗਾ ਨਹੀਂ ਸੌਦਾ, ਉਹ ਸਸਤਾ ਹੀ ਹੈ। ਵੱਡਾ ਧਨ ਮਿਲ ਗਿਆ ਤਾਂ ਛੋਟੇ ਨੂੰ ਜਾਣ ਦੇ ਕੋਈ ਪਰਵਾਹ ਨਾ ਕਰਿਆ ਕਰ। ਮਨ ਦੀ ਜੈ ਸਿਰ ਸੌਪੀਐ ਪੀ ਕਰ ਤੇ ਕੀ ਟੇਕ। ਜਦੋਂ ਪਿਆਰ ਕਰੀਏ ਤੇ ਫਿਰ ਚਿੰਤਾ ਨਹੀਂ ਕਰੀਦੀ, ਫਿਰ ਕਹਿੰਦੇ ਮਨ ਦੇਈਦਾ, ਸਿਰ ਦੇ ਦੇਈਦਾ, ਸੌਂਪ ਦੇਈਦਾ, ਕਰਤੇ ਦੀ ਟੇਕ ਦੇ ਵਿੱਚ ਫਿਰ ਹਿਸਾਬ ਕਿਤਾਬ ਨਹੀਂ ਲਾਈਦਾ ਵੀ ਤੇਰੇ ਨਾਲ ਜੁੜੇ ਸੀ, ਆਹ ਹੋ ਗਿਆ ਜੀ, ਹੁਣ ਜੀ ਘਾਟਾ ਪੈ ਗਿਆ, ਇਹ ਨਹੀਂ ਗੱਲਾਂ ਕਰੀਦੀਆਂ। ਤੰਦਾ ਧਾਵਤ ਰਹਿ ਗਏ ਮਨ ਮਹਿ ਸ਼ਬਦ ਆਨੰਦ। ਇਸ ਤਰ੍ਹਾਂ ਦੇ ਗੁਰੂ ਕੇ ਸਿੱਖ ਜਿਹੜੇ ਚੜ੍ਹਦੀ ਕਲਾ ਵਾਲੇ ਨੇ, ਉਹਨਾਂ ਦੇ ਅੰਦਰੋਂ ਧੰਦਾ ਧਾਵਤ ਰਹਿ ਗਏ, ਪਿੱਛੇ ਰਹਿ ਗਏ ਦਾ ਮਤਲਬ ਛੱਡ ਦਿੱਤਾ, ਅੰਦਰੋਂ ਭੱਜ ਦੌੜ ਛੱਡ ਦਿੱਤੀ, ਬੇਪਰਵਾਹ ਹੋ ਗਏ ਨੇ। ਮਨ ਵਿੱਚ ਆਨੰਦ ਰੂਪੀ ਸ਼ਬਦ ਪ੍ਰਗਟ ਹੋ ਗਿਆ। ਦੁਰਜਨ ਤੇ ਸਾਜਨ ਪਏ ਭੇਟੇ ਗੁਰ ਗੋਬਿੰਦ। ਦੁਰਜਨ ਭਾਵ ਮਨਮੁਖ ਤੋਂ ਸਾਜਨ ਬਣ ਗਏ ਹਨ, ਗੁਰਮੁਖ ਬਣ ਗਏ ਹਨ।
ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਕੇ ਗੁਰਬਾਣੀ ਨੂੰ ਮਿਲ ਕੇ ਬਨ ਬਨ ਫਿਰਤੀ ਢੂੰਡਤੇ ਬਸਤ ਰਹੇ ਘਰ ਬਾਰ। ਕਈ ਥਾਵਾਂ ਤੇ ਜੇ ਸੁੱਖ ਨੂੰ ਲੱਭਦੇ ਫਿਰਦੇ ਸੀ, ਕਦੀ ਕਿਤਿਓਂ ਢੂੰਡਦੇ ਫਿਰਦੇ ਸੀ, ਉਹ ਵਸਤੂ ਤਾਂ ਘਰ ਬਾਹਰ ਇੱਥੇ ਸਾਹਮਣੇ ਪਈ ਹੋਈ ਸੀ, ਘਰ ਦੇ ਵਿੱਚ ਹੀ, ਹਿਰਦੇ ਦੇ ਪਤਾ ਨਹੀਂ ਸੀ ਲੱਗਦਾ। ਸਤਿਗੁਰ ਮੇਲੀ ਮਿਲ ਰਹੇ ਜਨਮ ਮਰਨ ਦੁੱਖ ਨਿਵਾਰ। ਸਤਿਗੁਰ ਨੇ ਆਪ ਸੱਦ ਕੇ ਮੇਲ ਲਿਆ, ਆਪਣੇ ਨਾਲ ਚਰਨਾਂ ਦੇ ਨਾਲ ਜੋੜ ਲਿਆ ਔਰ ਜਨਮ ਮਰਨ ਦਾ ਦੁੱਖ ਦੂਰ ਕਰ ਦਿੱਤਾ ਮਹਾਰਾਜ ਨੇ। ਨਾਨਾ ਕਰਤ ਨਾ ਛੂਟੀਐ ਵਿਣ ਗੁਣ ਜੰਪੁਰ ਜਾਹੇ। ਇਹ ਕਹਿੰਦੇ ਨੇ ਬਹੁਤ ਸਾਰੇ ਭਾਵੇਂ ਕਿੰਨੇ ਕਰਮ ਕਰੀ ਜਾਓ ਹੋਰ ਜਿਹੜੇ ਨੇ, ਬਿਨ ਗੁਣ ਜੰਪੁਰ ਜਾਏ। ਜਿੰਨਾ ਚਿਰ ਗੁਣ ਨਹੀਂ ਨਾ ਬਣਾਉਂਦੇ ਆਪਣਾ, ਵਾਹਿਗੁਰੂ ਵਰਗਾ ਗੁਣ ਮੈਨੇ ਸੁਭਾਅ ਹੈ, ਜਿਵੇਂ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਸੁਭਾਅ ਨਹੀਂ ਬਣਾਉਂਦੇ, ਜਿਹੜਾ ਬਾਣੀ ਦਾ ਸੁਭਾਅ ਹੈ, ਉਹਨੂੰ ਨਾਮ ਕਿਹਾ ਗੁਰੂ ਸਾਹਿਬ ਨੇ, ਉਹਨੂੰ ਸ਼ਬਦ ਕਿਹਾ ਗੁਰੂ ਸਾਹਿਬ ਨੇ। ਜਿੰਨਾ ਚਿਰ ਉਹ ਧਾਰਨ ਨਹੀਂ ਕਰਦੇ, ਹਾਂ ਜਪ ਕੇ ਧਾਰਨ ਹੋਵੇਗਾ, ਇਹ ਗੱਲ ਯਾਦ ਰੱਖਣੀ। ਸਿੱਧਾ ਨਾ ਕਿਤੇ ਲੱਗ ਪੈਣਾ ਕਾਮਰੇਟਾਂ ਵਾਂਗੂ, ਕਿਤੇ ਉਹ ਵੀ ਕਹਿੰਦੇ ਨੇ ਗੁਣ ਹੀ ਗੁਰੂ ਹੁੰਦਾ ਹੈ, ਗੁਣ ਹੀ ਗੁਰੂ ਹੁੰਦਾ ਹੈ। ਜੀ ਨਹੀਂ, ਗੁਣ ਗੁਰੂ ਹੁੰਦਾ ਪਰ ਪ੍ਰੋਸੀਜਰ ਹੈ, ਉਹ ਜਪ ਕੇ ਅੰਦਰ ਵੱਸਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾਂਗੇ ਤੇ ਸਾਰੀ ਬਾਣੀ ਦਾ ਸੁਭਾਅ ਅੰਦਰ ਆਉਣਾ ਸ਼ੁਰੂ ਹੋ ਜਾਏਗਾ, ਤੇ ਜਿੰਨਾ ਚਿਰ ਨਹੀਂ ਜਪਦੇ ਫਿਰ ਜਮਾਂ ਦੇ ਧੱਕੇ ਖਾਣੇ ਪੈਣਗੇ। ਨਾ ਤਿਸ ਇਹੋ ਨਾ ਉਹ ਹੈ ਅਵਗੁਣ ਫਿਰ ਪਛਤਾਹੇ। ਇਹ ਨਾ ਤੇ ਉਹ ਜਿਹੜਾ ਮਨੁੱਖ ਹੈ ਉਹਨੂੰ ਇਸ ਦੁਨੀਆ ਦੇ ਵਿੱਚ ਆਨੰਦ ਮਿਲਦਾ, ਸੁੱਖ ਮਿਲਦਾ ਹੈ, ਇੱਥੇ ਵੀ ਭਟਕਦੇ ਰਹਿੰਦਾ ਹੈ ਔਰ ਫਿਰ ਅੱਗੇ ਜਾ ਕੇ ਪਛਤਾਣਾ ਪੈਂਦਾ, ਉੱਥੇ ਜਾ ਕੇ ਫਿਰ ਮਾਰ ਪੈਂਦੀ ਜਮਾਂ ਦੀ। ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ। ਤੇ ਜਿਹਦੇ ਅੰਦਰ ਨਾਮ ਨਹੀਂ, ਗੁਣ ਨਹੀਂ ਪਰਮਾਤਮਾ ਦਾ, ਉਹ ਗਿਆਨ ਜਿੰਨਾ ਮਰਜ਼ੀ ਜਾਣਦਾ ਕੋਈ ਅਰਥ ਨਹੀਂ, ਧਿਆਨ ਜਿੰਨੇ ਮਰਜ਼ੀ ਸਮਾਧੀਆਂ ਲਾ ਲੈਂਦਾ, ਅੰਦਰ ਸੁਭਾਅ ਤੇ ਬਦਲਿਆ ਕੋਈ ਨਹੀਂ। ਤੇ ਧਰਮ ਦੀਆਂ ਗੱਲਾਂ ਤੇ ਹੋਰ ਧਿਆਨ ਸਮਾਧੀਆਂ ਬੜੀਆਂ ਕਰਦਾ, ਕਿਸੇ ਕੰਮ ਨਹੀਂ, ਕਿਉਂਕਿ ਗੁਣ ਨਹੀਂ ਧਾਰਨ ਕੀਤਾ। ਸੁਭਾਅ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਭਾਅ ਰੱਬ ਦਾ ਸੁਭਾਅ ਹੈ, ਜੋ ਸ਼ਬਦ ਹੈ। ਵਿਣ ਨਾ ਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨ। ਨਾਮ ਤੋਂ ਬਿਨਾ, ਗੁਣ ਤੋਂ ਬਿਨਾ ਨਿਰਭਉ ਕਿਵੇਂ ਹੋਵੇ ਕੋਈ? ਇਸ ਤਰ੍ਹਾਂ ਕਹਿਣ ਲੱਗੇ, ਅਹੰਕਾਰ ਕਰਕੇ ਕੁਝ ਨਹੀਂ ਜਾਣਿਆ ਜਾ ਸਕਦਾ। ਠਾਕਰ ਹੀ ਕਿਵ ਆਪੜਾ ਹੱਥ ਨਹੀਂ ਨਾ ਪਾਰ। ਕਹਿਣ ਲੱਗੇ ਤੁਰ ਕੇ ਥੱਕ ਗਈ। ਥੱਕ ਕਿਉਂ ਗਈ? ਪੁੱਠੇ ਕੰਮ ਕਰਦੇ ਰਹੇ, ਜਿਹੜਾ ਮਿਲਾਉਣ ਵਾਲਾ ਸੀ ਉਹ ਤੇ ਕੰਮ ਕੀਤਾ ਨਹੀਂ, ਹੋਰ ਕਰਮਾਂ ਵਿੱਚ ਪੈ ਰਹੇ ਹਨ। ਕਹਿਣ ਲੱਗੇ ਹੱਥ ਨਹੀਂ ਪੈਂਦਾ ਪਾਰਲੇ ਪਾਸੇ, ਸ਼ਾਂਤੀ ਨਹੀਂ ਆਉਂਦੀ ਮਨ ਨੂੰ। ਨਾ ਸਾਜਨ ਸੇ ਰੰਗੁਲੇ ਕਿਸ ਪਹਿ ਕਰੀ ਪੁਕਾਰ। ਤੇ ਨਾ ਕੋਈ ਇਸ ਤਰ੍ਹਾਂ ਦੇ ਸੱਜਣ ਨੇ, ਸੰਤ ਜਨ ਬਾਬੇ ਬੁੱਢੇ ਵਰਗੇ ਮਿਲ ਪੈਣ, ਜਿਹੜੇ ਨਜ਼ਰੀ ਨਜ਼ਰ ਨਿਹਾਲ ਕਰ ਦੇਣ, ਕਿਹਦੇ ਕੋਲ ਜਾ ਕੇ ਪੁਕਾਰ ਕਰੀਏ? ਨਾਨਕ ਪ੍ਰਿਓ ਜੇ ਕਰੀ ਮੇਲੇ ਮੇਲਣ ਹਾਰ। ਬਸ ਇੱਕੋ ਹੀ ਫਿਰ ਇਲਾਜ ਹੈ, ਕਹਿੰਦੇ ਪ੍ਰਿਓ ਜੇ ਕਰੀ। ਜੇ ਪਿਆਰ ਦੇ ਨਾਲ ਵਾਹਿਗੁਰੂ ਨਾਮ ਜਪੀ ਜਾ, ਮੂਲ ਮੰਤਰ ਗੁਰ ਮੰਤਰ 5 ਬਾਣੀਆਂ ਦਾ ਅਭਿਆਸ ਕਰੀ ਚੱਲ, ਬਸ ਆਪੇ ਹੌਲੀ ਮੇਲ ਲੈਗਾ ਕੋਈ ਜੁਗਤ ਬਣਾ ਕੇ। ਜਿਨ ਵਿਛੋੜੀ ਸੋ ਮੇਲ ਸੇ ਗੁਰ ਕੈ ਹਿਤ ਅਪਾਰ। ਜਿਨ੍ਹਾਂ ਨੂੰ ਗੁਰੂ ਕੈ ਹੇਤ ਪਿਆਰ ਹੈ, ਮੋਹ ਹੈ ਬਹੁਤਾ, ਉਹਨਾਂ ਨੂੰ ਆਪੇ ਮੇਲ ਲੈਂਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿੰਨੇ ਵਿਛੋੜਿਆ ਉਹ ਹੀ ਮੇਲ ਲੈਂਦਾ ਮਹਾਰਾਜ। ਪਾਪ ਬੁਰਾ ਪਾਪੀ ਕੋ ਪਿਆਰਾ। ਅਗਲੀ ਸ਼ਬਦ ਸ਼ੁਰੂ ਕਰਦੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਕਹਿੰਦੇ ਪਾਪ ਬੜਾ ਬੁਰਾ ਹੈ ਪਰ ਪਾਪੀ ਨੂੰ ਪਿਆਰਾ ਲੱਗਦਾ। ਪਾਪ ਕਈ ਪ੍ਰਕਾਰ ਦੇ ਨੇ ਤੇ ਕੁਝ ਖਾਸ ਪਾਪ ਮਿੱਥੇ ਗਏ ਨੇ। ਨਸ਼ਾ ਪੀਣਾ, दारू ਪੀਣਾ, ਇਹ ਪਾਪ ਗਿਣਿਆ ਗਿਆ ਹੈ। ਕਿਸੇ ਦਾ ਗਲ ਕੱਟਣਾ, ਇਹ ਪਾਪ ਗਿਣਿਆ ਗਿਆ ਹੈ। ਕਿਸੇ ਦਾ ਧਨ ਖੋਣਾ, ਇਹ ਪਾਪ ਗਿਣਿਆ ਗਿਆ ਹੈ। ਸਾਧ ਸੰਗਤ ਜੀ, ਕਿਸੇ ਦਾ ਧੋਖਾ ਦੇ ਦੇਣਾ ਕਿਸੇ ਨੂੰ ਕਿਸੇ ਕੰਮ ਦੇ ਵਿੱਚ, ਉਹ ਵੀ ਪਾਪ ਹੈ। ਤੇ ਕਿਸੇ ਨੂੰ ਜਿਹੜਾ ਦੂਜੇ ਦਾ ਘਰ ਤੱਕਣਾ, ਇਹ ਵੀ ਪਾਪ ਹੈ। ਹੋਰ ਕਿੰਨੇ ਪਾਪ ਨੇ। ਕਿਸੇ ਦੀ ਨਿੰਦਿਆ ਕਰਨੀ ਤੇ ਚੁਗਲੀ ਕਰਕੇ ਕਿਸੇ ਦਾ ਕੰਮ ਗਵਾ ਦੇਣਾ, ਇਸ ਤਰ੍ਹਾਂ ਦੇ ਪਾਪ ਨੇ ਬੜੇ। ਤੇ ਪਾਪ ਦਾ ਮਤਲਬ ਇੱਕੋ ਕਰੀਏ ਤੇ ਫਿਰ ਕੀ ਬਣਦਾ ਹੈ? ਸਭ ਤੋਂ ਵੱਡਾ ਪਾਪ ਹੈ ਵਾਹਿਗੁਰੂ ਨੂੰ ਭੁੱਲ ਜਾਣਾ, ਅਕਾਲ ਪੁਰਖ ਨੂੰ ਭੁੱਲ ਜਾਣਾ। ਕਿਉਂਕਿ ਸਾਰੇ ਪਾਪ ਉਸ ਅਵਸਥਾ ਦੇ ਵਿੱਚ ਹੀ ਪ੍ਰਫੁੱਲਤ ਹੁੰਦੇ ਨੇ ਜਦੋਂ ਨਾਮ ਭੁੱਲਦਾ ਅੰਦਰੋਂ। ਸਾਰੇ ਸੱਪ ਤੇ ਬਿੱਛੂ ਕੀੜੇ ਜਿਹੜੇ ਹਨੇਰੇ ਵਿੱਚ ਹੀ ਆਉਂਦੇ ਨੇ, ਜਦੋਂ ਹਨੇਰਾ ਖਤਮ ਹੋ ਜਾਏ, ਪ੍ਰਕਾਸ਼ ਬਲਬ ਜਗ ਪਏ, ਤਾਂ ਉਹ ਆਪਣੇ ਆਪ ਹੀ ਹਟਣੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਨਾਮ ਜਿਹੜਾ ਉਹ ਲਾਈਟ ਹੈ, ਉਹ ਆ ਜਾਏ ਤੇ ਪਾਪ ਆਪੇ ਨਹੀਂ ਆਉਂਦਾ। ਤੇ ਪਾਪ ਸ਼ਬਦ ਦਾ ਅਰਥ ਵੀ ਇਹ ਹੈ, ਪਾਪ ਮਤਲਬ ਆਪ ਤੋਂ ਪਰੇ, ਪੈ ਆਪ, ਪਹਿਲੇ ਪੱਪੇ ਦਾ ਅਰਥ ਹੈ ਪਰਾਂ,
ਤੇ ਅੱਗੇ ਕੰਨਾ ਹੈ, ਉਹਦਾ ਅਰਥ ਬਣਦਾ ਆਪ ਤੋਂ ਪਰਾਂ, ਜ਼ਮੀਰ ਤੋਂ ਪਰਾਂ ਹੋ ਕੇ ਕੀਤਾ ਹੋਇਆ ਕੰਮ। ਜਦੋਂ ਅਸੀਂ ਕੋਈ ਕੰਮ ਕਰਨੇ ਆ, ਸਾਡੀ ਜ਼ਮੀਰ ਅੰਦਰੋਂ ਆਵਾਜ਼ ਦਿੰਦੀ ਹੈ, ਜੇ ਜਿਉਂਦੀ ਹੋਵੇ ਤਾਂ। ਜੇ ਮਰ ਗਏ ਫਿਰ ਤੇ ਮਰੀ ਪਏ ਨੇ, ਮੁਰਦੇ ਬੜੇ ਤੁਰੇ ਫਿਰਦੇ ਨੇ ਇੱਥੇ। ਜਿਨ੍ਹਾਂ ਦੀ ਜ਼ਮੀਰ ਜਿਉਂਦੀ ਆਵਾਜ਼ ਦਿੰਦੀ ਬੁਰਾ ਕੰਮ ਨਾ ਕਰੀ, ਪਾਪ ਨਾ ਕਰੀ, ਉਹ ਆਪਣੇ ਆਪ ਤੋਂ ਪਰੇ ਹੋ ਕੇ ਕੀਤਾ ਹੋਇਆ ਕੰਮ ਉਹਨੂੰ ਪਾਪ ਕਹਿੰਦੇ। ਜਿਵੇਂ ਰਿਸ਼ਵਤ ਲੈਣ ਲੱਗੇ ਨਾ ਕੋਈ ਬੰਦਾ, ਤੇ ਇੱਕ ਵਾਰੀ ਉਹਦੇ ਅੰਦਰ ਹਿਲਜੁਲ ਜੀ ਹੁੰਦੀ, ਉਹਦੀ ਆਤਮਾ ਅੰਦਰੋਂ ਤੜਫਦੀ ਏ, ਜਵਾਬ ਦਿੰਦੀ ਵੀ ਨਾ ਲੈ ਰਿਸ਼ਵਤ, ਮਾੜਾ ਕੰਮ ਹੈ, ਇਹ ਕੰਮ ਨਾ ਕਰ। ਤਾਂ ਹੀ ਲੋਕ ਫਿਰ ਅੱਖਾਂ ਜੀਆਂ ਬੰਦ ਕਰਕੇ ਘੁੱਗੂ ਜਿਹੇ ਬਣ ਕੇ ਲੈਂਦੇ ਰਿਸ਼ਵਤ ਜਦੋਂ ਲੈਣੀ ਹੋਵੇ। ਇਸ ਤਰ੍ਹਾਂ ਮੂੰਹ ਹੋਰ ਤਰ੍ਹਾਂ ਦਾ ਹੋ ਜਾਂਦਾ, ਫਿਟਕਿਆ ਜਿਹਾ, ਤਾਂ ਕਹਿੰਦੇ ਇਹਨੂੰ ਪਾਪ ਕਹਿੰਦੇ ਨੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਪ ਹੈ ਤੇ ਬੁਰਾ, ਪਰ ਜਿਹੜੀ ਚੀਜ਼ ਜ਼ਿਆਦਾ ਵਾਰੀ ਕੀਤੀ ਜਾਏ, ਹੌਲੀ ਹੌਲੀ ਉਹ ਫਿਰ ਆਮ ਹੋ ਜਾਂਦੀ ਹੈ, ਫਿਰ ਪਿਆਰਾ ਲੱਗਣ ਲੱਗ ਪੈਂਦਾ ਪਾਪੀ ਨੂੰ। ਪਾਪ ਲੱਦੇ ਪਾਪੇ ਪਾਸਾਰਾ। ਫਿਰ ਕਹਿੰਦੇ ਨੇ ਪਾਪ ਹੋਰ ਬੰਦਾ ਕਰਨ ਲੱਗ ਪੈਂਦਾ। ਜਦੋਂ ਆਦਤ ਸ਼ੁਰੂ ਹੋ ਜਾਏ ਨਾ, ਇੱਕ ਵਾਰੀ ਸ਼ੁਰੂ ਹੋਣ ਦੀ ਦੇਰ ਹੈ ਜਿਹੜੀ ਚੀਜ਼ ਦੀ, ਫਿਰ ਹੋਰ ਪੰਡਾਂ ਲੱਦਣ ਲੱਗ ਪੈਂਦਾ ਪਾਪ ਦੀਆਂ, ਤੇ ਪਾਪ ਦਾ ਫਿਰ ਪਸਾਰਾ ਵੀ ਕਰਨ ਲੱਗ ਪੈਂਦਾ, ਝਾਕਾ ਜਿਹਾ ਖੁੱਲ ਜਾਂਦਾ ਉਹਦਾ। ਹਰ ਹਰ ਪਾਪ ਪਛਾਣੈ ਆਪ। ਮਹਾਰਾਜ ਨੇ ਇੱਥੇ ਸਪਸ਼ਟ ਕਰ ਦਿੱਤਾ ਵੀ ਆਪ ਨੂੰ ਭੁੱਲਣਾ ਹੀ ਪਾਪ ਹੈ। ਗੁਰੂ ਸਾਹਿਬ ਕਹਿੰਦੇ ਪਰ ਹਰ ਪਾਪ ਨੂੰ ਪਰਾਂ ਕਰਕੇ ਇਹਨਾਂ ਸਾਰਿਆਂ ਨੂੰ ਤੇ ਪਛਾਣੈ ਆਪ। ਆਪਣੀ ਆਵਾਜ਼ ਨੂੰ ਸੁਣੇ, ਜ਼ਮੀਰ ਦੀ ਆਤਮਾ ਦੀ ਆਵਾਜ਼ ਨੂੰ ਸੁਣੇ, ਅੰਦਰੋਂ ਵਿਵੇਕ ਨੂੰ। ਨਾ ਤਿਸ ਸੋਗ ਵਿਜੋਗ ਸੰਤਾਪ। ਉਹਨੂੰ ਫਿਰ ਸੋਗ ਨਹੀਂ ਆਉਂਦਾ, ਉਹਨੂੰ ਵਿਛੋੜਾ ਨਹੀਂ ਪੈਂਦਾ, ਤੇ ਦੁੱਖ ਸੰਤਾਪ ਨਹੀਂ ਵਿਆਪਦਾ। ਨਰਕ ਪੜੰਤੋ ਕਿਉ ਰਹੈ, ਕਿਉ ਬੰਚੈ ਜਮ ਕਾਲ। ਮਹਾਰਾਜ ਕਹਿੰਦੇ ਪੰਡਤ ਜੀ, ਨਰਕ ਤੋਂ ਬੰਦਾ ਕਿਵੇਂ ਬਚ ਸਕਦਾ ਹੈ, ਤੇ ਕਿਉਂ ਇਹ ਜਮ ਕਾਲ ਤੋਂ, ਮੌਤ ਤੋਂ ਕਿਵੇਂ ਬਚ ਸਕਦਾ। ਕਿਉ ਆਵਣ ਜਾਣਾ ਵਿਸਰੈ, ਝੂਠ ਬੁਰਾ ਖੈ ਕਾਲ। ਆਉਣ ਜਾਣਾ ਕਿਉਂ ਵਿਸਰੇ, ਕਿਵੇਂ ਭੁੱਲੇ ਭਾਵ, ਜਨਮ ਮਰਨ ਕਿਵੇਂ ਖਤਮ ਹੋਵੇ। ਤੇ ਉਹ ਮਹਾਰਾਜ ਨੇ ਅੱਗੇ ਕੀਤਾ, ਅੱਗੇ ਕਹਿ ਦਿੱਤਾ ਜਨਮ ਮਰਨ ਤਾਂ ਮਿਟੇਗਾ, ਝੂਠ ਕਰਕੇ ਜਨਮ ਮਰਨ ਹੁੰਦਾ ਹੈ। ਝੂਠ ਬੁਰਾ ਖੈ ਕਾਲ, ਜੇ ਝੂਠ ਨੂੰ ਖੈ ਕਰਦੀ, ਨਾਸ਼ ਕਰਦੀ ਏ, ਤੇ ਨਾਲ ਹੀ ਕਾਲ ਵੀ ਖਤਮ ਹੋ ਜਾਂਦਾ ਹੈ। ਮਨ ਜੰਜਾਲੀ ਵੇੜਿਆ, ਵੀ ਜੰਜਾਲਾ ਮਾਹੇ। ਇੱਥੇ ਦੁਨੀਆ ਵਿੱਚ ਰਹਿੰਦਿਆਂ ਮਨ ਨੂੰ ਬਹੁਤੇ ਜੰਜਾਲਾਂ ਵਿੱਚ ਪਾਇਆ ਹੋਇਆ ਬੰਦੇ ਨੇ। ਅੱਗੇ ਦੀ ਅੱਗੇ ਫਸਾਈ ਤੁਰਿਆ ਜਾਂਦਾ ਹੈ, ਅੱਗੇ ਦੀ ਅੱਗੇ ਵਧਾਈ ਤੁਰਿਆ ਜਾਂਦਾ, ਪਿੱਛੇ ਤੇ ਪਰਤ ਕੇ ਵਹਿੰਦਾ ਹੀ ਨਹੀਂ। ਜਿਉਂ ਤੁਰਦਾ ਹੈ, ਪਹਿਲਾਂ ਲੱਖਪਤੀ ਬਣਿਆ ਸੀ, ਹੁਣ ਕਹਿੰਦੇ ਲੱਖ ਛੋਟਾ ਲੱਗਦਾ ਹੈ, ਫਿਰ ਕਰੋੜ ਆ ਗਿਆ, ਫਿਰ ਕਰੋੜ ਲੱਖ ਜਿੱਡਾ ਲੱਗਣ ਲੱਗ ਪਿਆ। ਹੁਣ ਕਰੋੜ ਦੀ ਕਹਿੰਦੇ ਗੱਲ ਹੀ ਕੋਈ ਨਹੀਂ, ਇਹ ਤਾਂ ਛੋਟਾ ਹੀ ਰਹਿ ਗਿਆ ਹੈ। ਇਹ ਇਸ ਤਰ੍ਹਾਂ ਤੇ ਅੱਗੋਂ ਫਿਰ ਅਰਬ ਆ ਜਾਣਾ, ਇੱਕ ਦਿਨ ਉਹਨੇ ਵੀ ਕਰੋੜ ਵਰਗੇ ਲੱਗਣਾ, ਫਿਰ 100 ਵਰਗੇ ਲੱਗਣਾ, ਫਿਰ ਉਹਨੂੰ ਕਹਿਣਾ ਇਹਨੇ ਕੁਝ ਵੀ ਨਹੀਂ। ਪਰ ਜਿਹੜਾ ਕਰਨ ਵਾਲਾ ਕੰਮ ਸੀ ਉਹ ਭੁੱਲ ਗਿਆ, ਨਾਮ ਸਿਮਰਨ ਕਰਨਾ ਸੀ। ਅੱਗੇ ਜੰਜਾਲਾਂ ਵਿੱਚ ਵਿੜਿਆ ਜਾਂਦਾ ਪਿਆ ਹੈ। ਵਿੜਨਾ ਵੈ ਕਿਉ ਛੂਟੀਐ, ਪਾਪੇ ਪਚਹਿ ਪਚਾਹੇ। ਨਾਮ ਦੀ ਕਮਾਈ ਕਰਨ ਤੋਂ ਬਿਨਾਂ ਕਿਵੇਂ ਛੁੱਟ ਸਕਦਾ ਹੈ। ਪਾਪਾਂ ਦੇ ਵਿੱਚ ਪਚੀ ਜਾਂਦਾ, ਜੀਵਨ ਖਤਮ ਹੋਈ ਜਾਂਦਾ ਹੈ। ਫਿਰ ਫਾਹੀ ਫਾਸੈ ਕਊਆ। ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਮਿਲਦੀ ਗੱਲ ਕਹਿੰਦੇ ਨੇ। ਅੱਗੇ ਕਹਿਣ ਲੱਗੇ ਫਿਰ ਕੌਵੇ ਨੂੰ ਆਦਤ ਪੈ ਜਾਂਦੀ ਫਿਰ ਗੰਦ ਖਾਣ ਦੀ, ਫਿਰ ਉਹਨੂੰ ਗੰਦ ਵੀ ਬਹੁਤ ਵਧੀਆ ਲੱਗਦਾ, ਉਹਦੇ 'ਚੋਂ ਵੀ ਸੁਗੰਧੀ ਆਉਣ ਲੱਗ ਪੈਂਦੀ ਹੈ। ਜਿਹੜੇ ਕੰਮ ਦੀ ਆਦਤ ਪੈ ਜਾਏ, ਫਿਰ ਕਹਿੰਦੇ ਜ਼ਿੰਦਗੀ ਤਾਂ ਹੈ ਹੀ ਆ। ਕਈ ਕਹਿੰਦੇ ਨੇ ਵੀ ਆਹ ਸ਼ਰਾਬ ਮਾਸ ਤੁਸੀਂ ਨਹੀਂ ਖਾਂਦੇ ਤੇ ਜ਼ਿੰਦਗੀ ਤੁਹਾਡੀ ਕੀ, ਜ਼ਿੰਦਗੀ ਆਹ ਹੈ। ਜ਼ਿੰਦਗੀ ਤਾਂ ਲੱਗਦੀ ਹੈ ਇਹਨਾਂ ਨੂੰ ਕਿਉਂਕਿ ਕਾਂ ਗੰਦ ਖਾਣ ਲੱਗ ਪਵੇ ਤੇ ਉਹਦੇ ਵਾਸਤੇ ਗੰਦ ਦੀ ਜ਼ਿੰਦਗੀ ਬਣ ਜਾਂਦੀ ਹੈ। ਇਸ ਕਰਕੇ ਸ਼ਰਾਬਾਂ ਮਾਸਾਂ ਦੇ ਜਿਹੜੇ ਖਾਣ ਵਾਲੇ ਬੰਦੇ ਨੇ, ਉਹ ਤਾਂ ਕਹਿੰਦੇ ਦੂਜੇ ਨੂੰ ਤਾਂ ਬਦਬੂ ਆਉਂਦੀ ਕੋਲੋਂ, ਇਹਨਾਂ ਦੇ ਕੋਲ ਬਹਿ ਜਾਓ, ਇਹਨਾਂ ਦੇ ਦੰਦਾਂ ਮੂੰਹ ਦੇ ਵਿੱਚੋਂ ਜਿਹੜੀ ਹਵਾੜ ਆਉਂਦੀ, ਸਾਧ ਸੰਗਤ ਜੀ ਸਵੇਰੇ ਭਾਵੇਂ ਨਾਮ ਹੀ ਪੀਤਾ ਹੋਵੇ, ਤੇ ਕੱਪੜਿਆਂ ਦੇ ਵਿੱਚੋਂ ਜਿਹੜੀ ਬੋ ਆਉਂਦੀ ਹੈ, ਜਿਹੜੀ ਇਹਨਾਂ ਦੇ ਮੂੰਹ ਵਿੱਚੋਂ ਮਾਸ ਦੀ ਕਈ ਦਿਨ ਤੱਕ ਬਦਬੂ ਨਹੀਂ ਜਾਂਦੀ। ਫਿਰ ਕਹਿੰਦੇ ਨੇ ਤੁਹਾਡੀ ਤਾਂ ਜ਼ਿੰਦਗੀ ਕੋਈ ਨਹੀਂ। ਕਹਿੰਦੇ ਜ਼ਿੰਦਗੀ ਤੇ ਆਹ ਹੀ ਹੈ ਵੀ ਗੰਦ ਖਾਓ ਤੇ ਬਦਬੂ ਵਿੱਚ ਰਵੋ ਅੱਠੇ ਪੈਰ, ਇਹ ਜ਼ਿੰਦਗੀ ਕਹਿੰਦੇ। ਕਿਉਂ? ਮਹਾਰਾਜ ਕਹਿੰਦੇ ਉਹ ਕਊਆ ਹੈ, ਕਊਏ ਦੀ ਸੁਰਤੀ ਵਾਲਾ ਬੰਦਾ ਹੈ। ਫਿਰ ਫਾਸੀ ਫਾਸਾ ਕਊਆ, ਪਰਤ ਕੇ ਫਿਰ ਉਹਦੇ ਵਿੱਚ ਹੀ ਫਸੀ ਜਾਂਦਾ, ਗੇੜਾ ਦੇ ਕੇ ਫਿਰ ਉੱਥੇ ਡਿੱਗਦਾ ਹੈ। ਫਿਰ ਪਛਤਾਨਾ ਅਬ ਕਿਆ ਹੁਆ। ਬਾਅਦ ਵਿੱਚ ਪਛਤਾਵਾ ਹੀ ਪੱਲੇ ਪੈਂਦਾ ਹੈ, ਕਿਉਂਕਿ ਫਿਰ ਡਾਕਟਰ ਵੀ ਕਹਿ ਦਿੰਦਾ ਹੁਣ ਲੀਵਰ ਕੰਮ ਨਹੀਂ ਤੇਰਾ ਕਰਦਾ ਪਿਆ ਪੂਰਾ, ਤੇ ਅੱਗੋਂ ਖਤਰਾ ਹੈ। ਹੁਣ ਪਛਤਾਉਂਦਾ ਹੈ, ਕਿਉਂ?
ਹੁਣ ਪੀਣ ਤੋਂ ਬਿਨਾਂ ਸਰਦਾ ਕੋਈ ਨਹੀਂ, ਤੇ ਜੇ ਨਾ ਪੀਏ ਮਰਦਾ, ਜੇ ਪੀਏ ਤੇ ਤਾਂ ਵੀ ਮਰਦਾ। ਇਸ ਕਰਕੇ ਪਛਤਾਵਾ ਪੱਲੇ ਪੈਂਦਾ। ਹੁਣ ਪਾਥਾ ਚੋਗ ਚੁਗੈ ਨਹੀਂ ਬੂਝੈ। ਇਸ ਤਰ੍ਹਾਂ ਜਦੋਂ ਚੋਗਾ ਪਾਇਆ